ਰਾਤੀ। तेरी सरन मेरे दीन दयाला, सुख सागर मेरे गुर गोपाला। कर कृपा नानक गुण गावै, राखो शरम आषाढ़ी जियो। सो कहो टल गुर सेवियै, अहनिस सहज सुभाए। दर्शन परसे गुरु कै, जन्म मरण दुख जाय। होवै सिफत खसम, नूर अरसों कुरसों तुद डिठे सच्चे पात। माल जन्म जन्म दी कट्टी, सज्जन सच्चा पात साह। सिर सांदै जिस पास, सबना दा वेसाहो। जिस पास बैठा सोहिया, सबना दा वेसाहो। सतनाम श्री वाहिगुरु साहिब जी। हुक्म जिनानो मनाया, तिन अंतर शब्द वसाया। सहिया से सुहागणी, जिन सह नाल प्यार जियो। हुक्म जिनानो मनाया, तिन अंतर शब्द वसाया। सहिया से सुहागणी, जिन सह नाल प्यार जियो। जिना भाणे का रस आया, तिन विचों भरम चुकाया। नानक सतगुर ऐसा जानिए, जो सब सै लए मिलाए जियो। हुक्म जिनानो मनाया। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ, ਧੰਨ ਧੰਨ ਸਾਹਿਬ ਸਤਿਗੁਰੂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਐਸੇ ਦੀਨ ਦਿਆਲ ਪਰ ਉਪਕਾਰੀ, ਕਰਨਾ ਨਿਧਾਨ, ਕਿਰਪਾ ਦੀ ਖਾਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰਿਆਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੇ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਨੀ, ਮਰਦ ਅਗੰਮੜੇ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰ ਕੇ ਸਾਹਿਬਾਂ ਜੀ ਦੇ ਚਰਨ ਪਰਸਦਿਆਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸਨ ਕਰਕੇ ਗੁਰ ਸੰਗਤ ਅੰਦਰ ਬੈਠ ਕਰਕੇ ਸਾਹਿਬਾਂ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਸਰਵਨ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਾਹਿਬਾਂ ਜੀ ਦੇ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਹਿਬ ਸਤਿਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਅੰਮ੍ਰਿਤ ਰਸਨਾ ਤੋਂ ਮੁੱਖ ਮੰਡਲ ਤੋਂ ਉਚਾਰਨ ਕੀਤਾ ਹੋਇਆ ਪਾਵਨ ਉਪਦੇਸ਼ ਜੋ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 72 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਉਪਦੇਸ਼ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਆਪ ਜੀ ਨੇ ਹੁਣੇ ਹੀ ਮੂਲ ਰੂਪ ਵਿੱਚ ਪਾਠ ਸਰਵਣ ਕੀਤਾ ਹੈ, ਸਾਹਿਬਾਂ ਨੇ ਹੁਕਮ ਦਾ ਜ਼ਿਕਰ ਕੀਤਾ ਹੈ। ਹੁਕਮ ਅਰਬੀ ਬੋਲੀ ਦਾ ਸ਼ਬਦ ਹੈ। ਅਰਬੀ ਭਾਸ਼ਾ ਦੇ ਵਿੱਚ ਹੁਕਮ ਆਖਦੇ ਹਨ, ਅਸੀਂ ਕਹਿੰਦੇ ਹਾਂ ਆਗਿਆ, ਰਜਾ, ਭਾਣਾ, ਮਰਜ਼ੀ, ਆਇਸ।
ਇਹ ਸਾਰੇ ਹੁਕਮ ਦੇ ਸਮਾਨ ਅਰਥ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇਸ਼ ਕਾਲ ਵਸਤੂ ਪਰਛੇਦ ਹੈ। ਕਿਸੇ ਖਾਸ ਦੇਸ਼ ਇਲਾਕੇ, ਕਿਸੇ ਦੇਸ਼ ਦੀ ਹੱਦ ਬੰਨਾ ਸੀਮਾ ਦੇ ਅੰਦਰ ਉੱਥੋਂ ਤੱਕ ਉਹ ਸੀਮਤ ਨਹੀਂ ਹੈ, ਸਗੋਂ ਇੰਨਾ ਜ਼ਿਆਦਾ ਵਿਸ਼ਾਲ ਹੈ। ਜਿੰਨਾ ਵਿਸ਼ਾਲ ਉਹ ਆਪ ਹੈ, ਓਨਾ ਹੀ ਵਿਸ਼ਾਲ ਉਹਦਾ ਹੁਕਮ ਹੈ। ਅਸੀਂ ਜੀਵ ਦੇਸ਼ ਕਾਲ ਦੇ ਅਧੀਨ ਹਾਂ, ਕਿਸੇ ਦੇਸ਼ ਦੇ ਵਾਸੀ ਹਾਂ, ਕਿਸੇ ਕਾਲ ਕਿਸੇ ਸਮੇਂ ਵਿੱਚ ਵਿਚਰਦੇ ਹਾਂ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇਸ਼ ਕਾਲ ਤੋਂ ਰਹਿਤ ਹੈ। ਭਾਵੇਂ ਕਿ ਉਹ ਸਰਬ ਵਿਆਪਕ ਹੈ, ਫਿਰ ਵੀ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਬੈਠਾ ਵੇਖੈ ਵੱਖ ਇਕੇਲਾ, ਸਭ ਤੋਂ ਨਿਰਲੇਪ ਹੈ। ਉਸ ਮਾਲਕ ਨੂੰ ਕਿਸੇ ਹੱਦ ਬੰਨੇ, ਕਿਸੇ ਸੀਮਾ ਵਿੱਚ ਨਹੀਂ ਬੰਨਿਆ ਜਾ ਸਕਦਾ। ਇਸੇ ਤਰ੍ਹਾਂ ਹੀ ਉਹਦੀ ਮਰਜ਼ੀ ਹੈ, ਹੁਕਮ ਹੈ। ਉਹਦੇ ਹੁਕਮ ਨੂੰ ਆਪਣੀ ਇੱਛਾ ਅਨੁਸਾਰ ਨਹੀਂ ਵਰਤਿਆ ਢਾਲਿਆ ਜਾ ਸਕਦਾ। ਹਾਂ, ਉਹਦੀ ਇੱਛਾ ਨਾਲ, ਉਹਦੀ ਮਰਜ਼ੀ ਨਾਲ ਮਰਜ਼ੀ ਮਿਲਾ ਕਰਕੇ ਜਿਹੜੇ ਤੁਰ ਪਏ, ਉਹ ਮਾਲਕ ਦੇ ਦਰ ਘਰ ਵਿੱਚ ਪ੍ਰਵਾਨ ਹੋ ਗਏ। ਜਿਨ੍ਹਾਂ ਨੇ ਉਹਦੇ ਹੁਕਮ ਨਾਲ ਟੱਕਰ ਲਈ, ਮਨ ਮਰਜ਼ੀ ਕੀਤੀ, ਉਹਨਾਂ ਨੂੰ ਹਮੇਸ਼ਾ ਹੀ ਹਾਰ ਹੋਈ। ਭਾਵੇਂ ਉਹ ਹਰਨਾਕਸ਼ ਹੋਵੇ, ਭਾਵੇਂ ਕੰਸ ਹੋਵੇ, ਭਾਵੇਂ ਰਾਵਣ ਵਰਗਾ ਬਲਸ਼ਾਲੀ ਵਿਅਕਤੀ ਹੋਵੇ, ਭਾਵੇਂ ਔਰੰਗਜ਼ੇਬ ਵਰਗਾ, ਭਾਵੇਂ ਚੰਗੇਜ਼ ਖਾਂ ਵਰਗਾ ਹੋਵੇ, ਨਾਦਰ ਸ਼ਾਹ ਵਰਗਾ ਹੋਵੇ, ਅਹਿਮਦ ਸ਼ਾਹ ਅਬਦਾਲੀ ਵਰਗਾ ਹੋਵੇ, ਹਿਟਲਰ ਵਰਗਾ ਹੋਵੇ, ਜਿਨ੍ਹਾਂ ਨੇ ਆਪਣਾ ਹੁਕਮ ਮਨਵਾਉਣ ਦਾ ਲੋਕਾਂ ਦੇ ਉੱਪਰ ਯਤਨ ਕੀਤਾ। ਬਾਣੀ ਵਿੱਚ ਦੋ ਤਰ੍ਹਾਂ ਦੇ ਹੁਕਮ ਦਾ ਜ਼ਿਕਰ ਹੈ, ਇੱਕ ਮਨੁੱਖ ਦੇ ਹੁਕਮ ਦਾ, ਇੱਕ ਅਕਾਲ ਪੁਰਖ ਦੇ ਹੁਕਮ ਦਾ। ਮਨੁੱਖ ਜਦੋਂ ਆਪਣਾ ਹੁਕਮ ਚਲਾਉਂਦਾ ਹੈ, ਸਾਹਿਬ ਕਹਿੰਦੇ ਵਰਤੇ ਹੋਏ ਆਫਾਰ, ਆਫਰ ਕੇ ਵਰਤਦਾ ਹੈ, ਆਫਰਿਆ ਫਿਰਦਾ ਹੈ ਹੰਕਾਰ ਨਾਲ, ਤੇ ਚਾਹੁੰਦਾ ਹੈ ਕਿ ਸਾਰੀ ਸ੍ਰਿਸ਼ਟੀ ਹੀ ਮੇਰੇ ਹੁਕਮ ਅਨੁਸਾਰ ਚੱਲੇ। ਮਨੁੱਖ ਦੇ ਮਨ ਦੀ ਐਸੀ ਖਹਿਸ਼ ਹੈ, ਆਪਣੀ ਮਰਜ਼ੀ ਮਨਵਾਉਣੀ। ਪਰਿਵਾਰ ਮੰਨੇ, ਪਿੰਡ ਵਾਲੇ ਮੰਨਣ, ਇਲਾਕਾ ਮੰਨੇ, ਦੇਸ਼ ਮੰਨੇ, ਦੁਨੀਆ ਦੇ ਲੋਕ ਮੇਰੀ ਗੱਲ ਮੰਨਣ। ਜੋ ਮੈਂ ਕਹਿੰਦਾ ਹਾਂ ਹਰ ਬੰਦਾ ਧਿਆਨ ਨਾਲ ਸੁਣੇ ਅਤੇ ਉਹਦੇ 'ਤੇ ਚੱਲਣਾ ਕਰੇ। ਪਰ ਕਦੀ ਐਸਾ ਨਹੀਂ ਹੋਇਆ, ਭਾਵੇਂ ਕਿ ਪੁਰਾਣੇ ਯੁੱਗਾਂ ਵਿੱਚ ਐਸਾ ਕਥਾ ਕਹਾਣੀਆਂ ਕੁਛ ਕੁ ਹਨ ਕਿ ਦੇਵਤਿਆਂ ਦੀਆਂ ਪੁਰੀਆਂ ਵੀ ਜਿੱਤ ਕਰਕੇ ਕੁਛ ਐਸੇ ਵਿਅਕਤੀ ਸਨ ਜਿਨ੍ਹਾਂ ਨੇ ਤਪ ਸਾਧਨਾ ਕੀਤੀ, ਐਸਾ ਬਲ ਹਾਸਲ ਕੀਤਾ ਕਿ ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ ਵੀ ਉਹਨਾਂ ਦਾ ਪਾਣੀ ਭਰਦੇ ਸਨ, ਹੁਕਮ ਮੰਨਦੇ ਸਨ। ਰਾਵਣ ਦਾ ਹੀ ਪੜ੍ਹ ਲਓ, ਬਾਣੀ ਵਿੱਚ ਲਿਖਿਆ ਹੈ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਅੱਗ ਕਿਹਦਾ ਹੁਕਮ ਮੰਨਦੀ ਹੈ? ਉਹਦਾ ਸੁਭਾਅ ਹੈ ਸਾੜ ਦੇਣਾ। ਪਰ ਬਸੰਤਰ ਦੇਵਤਾ ਜਿਹੜੀ ਅਧਿਆਤਮਕ ਸ਼ਕਤੀ ਇਹਨਾਂ ਦੇ ਪਿੱਛੇ ਕੰਮ ਕਰਦੀ ਹੈ, ਉਸ ਰਾਵਣ ਦਾ ਤਪ ਤੇਜ ਇੰਨਾ ਹੈ ਕਿ ਸਾਰੇ ਉਹਦਾ ਹੁਕਮ ਮੰਨਦੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਐਸਾ ਹੈ ਜਿਸ ਦਾ ਬਾਣੀ ਦੇ ਅੰਦਰ ਸਾਹਿਬਾਂ ਨੇ ਜਪਜੀ ਸਾਹਿਬ ਦੇ ਵਿੱਚ ਹੀ, ਪ੍ਰਰੰਭਤਾ ਦੇ ਵਿੱਚ ਹੀ ਖੁਲਾਸਾ ਵਰਣਨ ਕੀਤਾ ਹੈ। ਜਿੰਨੇ ਆਕਾਰ ਸ੍ਰਿਸ਼ਟੀ ਇਹ ਰਚਨਾ ਹੈ, ਇਹ ਸਾਰਾ ਕੁਛ ਹੀ ਜੋ ਕੁਛ ਪੈਦਾ ਹੋਇਆ ਹੁਕਮੀ ਹੋਣ। ਆਕਾਰ, ਜਿੰਨੇ ਆਕਾਰ ਸ਼ਕਲਾਂ ਨੇ ਉਹਦੇ ਹੁਕਮ ਵਿੱਚ ਹੋਇਆ, ਉਹਦੀ ਮਰਜ਼ੀ ਅਨੁਸਾਰ ਹੋਇਆ। ਤੇ ਕੋਈ ਬੰਦਾ ਦਾਵਾ ਕਰੇ ਉਹਦਾ ਹੁਕਮ ਕਹਾਂ ਬਿਆਨ ਕਰਾਂ, ਸਾਹਿਬ ਕਹਿੰਦੇ ਹੁਕਮ ਨਾ ਕਹਿਆ ਜਾਈ, ਨਹੀਂ ਆਖਿਆ ਜਾ ਸਕਦਾ। ਕਿਉਂਕਿ ਉਹ ਜਿਹੜਾ ਹੁਕਮੀ ਅਕਾਲ ਪੁਰਖ ਹੁਕਮ ਵਰਤਾਉਣ ਚਲਾਉਣ ਵਾਲਾ ਹੈ, ਉਹ ਹੱਦ ਬੰਨੇ ਸੀਮਾ ਤੋਂ ਪਰੇ ਹੈ, ਉਹਦਾ ਹੁਕਮ ਵੀ ਪਰੇ ਹੈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਸੁੱਖ ਤੇ ਦੁੱਖ ਉਹਦੇ ਵੀ ਹੁਕਮ ਵਿੱਚ ਹੀ ਪਾਇਆ ਜਾਂਦਾ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ। ਇੱਕ ਇਹੋ ਜਿਹੇ ਜਿਹੜੇ ਹੁਕਮ ਵਿੱਚ ਤੁਰ ਪਏ, ਜਿਨ੍ਹਾਂ ਨੇ ਮਰਜ਼ੀ ਨਾਲ ਮਰਜ਼ੀ ਮਿਲਾ ਲਈ ਅਕਾਲ ਪੁਰਖ ਵਾਹਿਗੁਰੂ ਨਾਲ, ਉਹ ਬਖਸ਼ਿਸ਼ਾਂ ਦੇ ਪਾਤਰ ਬਣ ਗਏ, ਉਹਨਾਂ ਨੂੰ ਬਖਸ਼ੀਸ ਮਿਲ ਗਈ।
ਇੱਕ ਇਹੋ ਜਿਹੇ ਜਿਹੜੇ ਹੁਕਮ ਮੰਨਣ ਤੋਂ ਮੁਨਕਰ ਹੋ ਗਏ, ਰੱਬ ਦੇ ਹੁਕਮ ਅਨੁਸਾਰ ਫਿਰ ਭਵਾਈਏ ਭਵਾਏ ਗਏ ਜੂਨਾਂ ਵਿੱਚ 84 ਦੇ ਚੱਕਰ ਵਿੱਚ। ਸੋ ਇਸ ਤਰ੍ਹਾਂ ਸਾਹਿਬਾਂ ਨੇ ਹੁਕਮ ਦਾ ਜ਼ਿਕਰ ਕੀਤਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਉਹ ਬੰਦਾ ਕਦੀ ਹਉਮੈ ਦਾ ਕਰਤਾ ਭੋਗਤਾ ਦਾ ਦਾਵਾ ਨਹੀਂ ਕਰੇਗਾ ਕਿ ਮੈਂ ਕੁਛ ਹਾਂ, ਜਿਹੜਾ ਰੱਬ ਦੀ ਰਜ਼ਾ ਮਰਜ਼ੀ ਨੂੰ ਸਮਝ ਲਏ ਕਿ ਉਹ ਕੀ ਕਰਨਾ ਚਾਹੁੰਦਾ ਹੈ। ਅਕਾਲ ਪੁਰਖ ਦੇ ਪਿਆਰੇ ਇਹੀ ਚੀਜ਼ ਸਮਝਦੇ ਹਨ। ਵੈਸੇ ਹੁਕਮ ਮੰਨਣਾ ਬੜਾ ਔਖਾ ਹੈ। ਇਸ ਪੰਕਤੀ ਦੇ ਅੰਦਰ ਸਾਹਿਬ ਕਹਿੰਦੇ ਹੁਕਮ ਜਿਨ੍ਹਾਂ ਨੂੰ ਮਨਾਇਆ, ਜਿਨ੍ਹਾਂ ਨੂੰ ਮਾਲਕ ਨੇ ਆਪਣਾ ਹੁਕਮ ਮਨਵਾ ਲਿਆ, ਆਪਣੀ ਮਰਜ਼ੀ ਅਨੁਸਾਰ ਚਲਾ ਲਿਆ। ਚਲਾ ਤਾਂ ਹਰ ਇੱਕ ਨੂੰ ਸਕਦਾ, ਉਹਦੀ ਮਰਜ਼ੀ ਤੋਂ ਬਾਹਰ ਕੋਈ ਨਹੀਂ। ਹਾਂ, ਜਿਹੜਾ ਮਨੁੱਖ ਉਹਦੀ ਮਰਜ਼ੀ, ਇੱਛਾ, ਉਹਦੀ ਰਜ਼ਾ ਨੂੰ ਸਮਝ ਕਰਕੇ ਉਸ ਦੇ ਅਨੁਸਾਰ ਚੱਲ ਪਿਆ। ਪਾਵਨ ਸ਼੍ਰੀ ਲਹਿਣਾ ਜੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਮਰਜ਼ੀ ਵਿੱਚ ਮਰਜ਼ੀ ਮਿਲਾ ਕੇ ਲਗਭਗ 8 ਸਾਲ ਘੱਲ ਨਾ ਘਾਲੀ। ਜੇ ਸਾਹਿਬ ਜੀ ਕਹਿੰਦੇ ਰਾਤ ਹੈ, ਭਾਵੇਂ ਦਿਨ ਚੜ੍ਹਿਆ ਹੋਵੇ, ਕਹਿੰਦੇ ਬਿਲਕੁਲ ਮਹਾਰਾਜ ਜਿਵੇਂ ਤੁਸੀਂ ਕਹਿੰਦੇ ਸੱਚ ਹੈ। ਇਸੇ ਦਾ ਨਾਮ ਹੀ ਹੁਕਮ ਮੰਨਣਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਰੱਬ ਦਾ ਦਰ ਘਰ ਕੌਣ ਪ੍ਰਾਪਤ ਕਰਦਾ? ਸਾਹਿਬ ਕਹਿੰਦੇ ਜਿਹੜਾ ਹੁਕਮ ਮੰਨ ਲਵੇ। ਹੁਕਮ ਮੰਨਣ ਵਾਲਾ ਹੀ ਪ੍ਰਵਾਨ ਹੁੰਦਾ ਹੈ। ਅਖੀਰ ਉਸ ਮਾਲਕ ਦੇ ਦਰ ਘਰ ਦਾ ਵਾਰਸ ਬਣ ਜਾਂਦਾ ਹੈ। ਉਹਦੀ ਸਮੁੱਚੀ ਵਿਰਾਸਤ ਨੂੰ ਉਹ ਸੰਭਾਲਦਾ ਹੈ। ਜਿਵੇਂ ਪਾਵਨ ਸ਼੍ਰੀ ਲਹਿਣਾ ਜੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਵਾਰਸ, ਸਾਰਾ ਕੁਛ ਹੀ ਸਾਹਿਬਾਂ ਨੇ ਸੰਭਾਲ ਦਿੱਤਾ ਹੈ। ਇੱਕ ਬਾਪ ਸੋਚਦਾ ਹੈ ਪੁੱਤਰ ਮੇਰੀ ਜਾਇਦਾਦ ਦਾ ਵਾਰਸ ਹੈ। ਇਸੇ ਤਰ੍ਹਾਂ ਗੁਰੂ ਵੀ ਵੇਖਦਾ ਹੈ ਕਿ ਸਿੱਖ ਮੇਰੀ ਵਿਰਾਸਤ ਦਾ ਮਾਲਕ ਹੈ। ਹੁਣ ਸਿੱਖ ਨੇ ਹੀ ਗੁਰੂ ਕੀ ਬਾਣੀ ਪੜ੍ਹਨੀ ਹੈ, ਵਿਚਾਰਨੀ, ਪ੍ਰਚਾਰਨੀ ਹੈ। ਗੁਰੂ ਨੇ ਤਾਂ ਇਹ ਪਾਵਨ ਬਾਣੀ ਨੂੰ ਉਚਾਰਨ ਕਰਕੇ ਨਾਮ ਬਾਣੀ ਦਾ ਖਜ਼ਾਨਾ ਸਾਡੀ ਝੋਲੀ 'ਚ ਪਾ ਦਿੱਤਾ ਹੈ। ਹੁਣ ਅੱਗੋਂ ਸਿੱਖ ਦਾ ਕਰਮ ਹੈ ਕਿ ਉਹਨੇ ਪਹਿਲਾਂ ਆਪ ਹੁਕਮ ਮੰਨਣਾ, ਰਜਾ ਵਿੱਚ ਤੁਰਨਾ ਤੇ ਬਾਕੀਆਂ ਨੂੰ ਹੁਕਮ ਮੰਨਣ ਦੀ ਪ੍ਰੇਰਨਾ ਕਰਨੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਦਾ, ਭਾਣੇ ਦਾ 2 ਬੰਦਾਂ ਦੇ ਵਿੱਚ ਜ਼ਿਕਰ ਕੀਤਾ ਹੈ। ਉਸ ਦੇ ਹੁਕਮ ਨੂੰ, ਉਸ ਦੇ ਭਾਣੇ, ਰਜਾ ਨੂੰ ਅੱਜ ਤੱਕ ਨਾ ਕੋਈ ਸਮਝ ਸਕਿਆ ਹੈ, ਨਾ ਕੋਈ ਸੰਪੂਰਨ ਰੂਪ 'ਚ ਬਿਆਨ ਕਰ ਸਕਿਆ। ਹਾਂ, ਮਨ ਬਹੁਤਿਆਂ ਨੇ ਲਿਆ। ਤਾਈਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਿਸੇ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਬੈਠ ਕੇ ਉਹੀ ਬਚਨ ਕਹਿੰਦੇ ਨੇ। ਉਹੀ ਬਚਨ ਤਤੀ ਤਵੀ ਤੇ ਬੈਠ ਕੇ ਵੀ ਆਖਦੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਹੁਕਮ ਮੰਨਣ ਦੀ ਅਵਸਥਾ ਹੈ, ਭਾਣੇ ਦੀ ਅਵਸਥਾ ਹੈ। ਗੁਰਮਤਿ ਦੇ ਵਿੱਚ ਸਭ ਤੋਂ ਉੱਚੀ ਆਤਮਿਕ ਜਿਹੜੀ ਅਵਸਥਾ ਹੈ ਉਹ ਇਹੀ ਅਵਸਥਾ ਹੈ ਕਿ ਭਾਣੇ ਵਿੱਚ ਆ ਜਾਣਾ, ਮਾਲਕ ਦੀ ਮਰਜ਼ੀ ਅਨੁਸਾਰ ਤੁਰਨਾ, ਆਪਣੇ ਮਨ ਦੀ ਮਰਜ਼ੀ ਛੱਡ ਦੇਣੀ। ਇਸ ਅਵਸਥਾ 'ਤੇ ਪਹੁੰਚਿਆ ਹੋਇਆ ਗੁਰਮੁਖ ਕਦੇ ਵੀ ਮਨ ਵਿੱਚ ਸੰਕਲਪ ਹੀ ਨਹੀਂ ਪੈਦਾ ਹੋਣ ਦਿੰਦਾ ਕਿ ਮੈਂ ਕੁਛ ਮਨ ਦੀ ਮਤ ਅਨੁਸਾਰ, ਇੱਛਾ ਅਨੁਸਾਰ ਕਰਾਂ। ਨਹੀਂ, ਰਾਜਾ ਜਨਕ ਨੂੰ ਇਸੇ ਗੱਲ ਦੀ ਸਮਝ ਨਹੀਂ ਸੀ ਪੈ ਰਹੀ ਤੇ ਉਹ ਵਾਰ-ਵਾਰ ਉਹਨਾਂ ਲੋਕਾਂ ਨੂੰ ਸੱਦਦਾ ਸੀ ਜਿਨ੍ਹਾਂ ਕੋਲ ਸੰਸਾਰੀ ਵਿਦਿਆ ਤਾਂ ਸੀ, ਸਮਾਜਿਕ ਦੀ ਵਿਦਿਆ ਤਾਂ ਸੀ, ਦੁਨੀਆ ਦੇ ਕਾਰ ਵਿਹਾਰ ਦੀ ਵਿਦਿਆ ਤਾਂ ਸੀ, ਪਰ ਆਤਮਿਕ ਵਿਦਿਆ ਨਹੀਂ ਸੀ। ਆਤਮਿਕ ਵਿਦਿਆ ਸੀ ਅਸ਼ਟਾਵਕਰ ਦੇ ਕੋਲ। ਜਦੋਂ ਉਹ ਚੱਲ ਕਰਕੇ ਆਏ, ਆਪ ਨੇ ਉਹ ਘਟਨਾ, ਉਹ ਸਾਖੀ, ਉਹ ਵਾਰਤਾ ਬੜੀ ਵਾਰੀ ਸੁਣੀ ਹੈ, ਪਰ ਉਹਦਾ ਭਾਵ ਕੀ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਰਾਜਨ ਮਨ ਦੀ ਮਰਜ਼ੀ ਛੱਡ ਦੇ। ਜਦੋਂ ਤੂੰ ਮਨ ਆਪਣੇ ਮੁਰਸ਼ਦ ਦੇ ਅੱਗੇ ਅਰਪਣ ਕਰੇਗਾ, ਮਨ ਦੀ ਮਰਜ਼ੀ ਵਿੱਚੋਂ ਕੋਈ ਸੰਕਲਪ, ਵਿਕਲਪ, ਕੋਈ ਖਿਆਲ, ਕੋਈ ਉਤਰਾਅ ਚੜਾ ਨਹੀਂ ਨਾ ਉੱਠੇਗਾ, ਉਦੋਂ ਹੀ ਮਨ ਆਸਤੇ ਆਸਤੇ ਸਹਿਜੇ ਸਹਿਜੇ ਟਿਕਾ ਦੇ ਘਰ ਵਿੱਚ ਜਾਵੇਗਾ, ਪੂਰਨ ਇਕਾਗਰਤਾ ਵਿੱਚ ਆਏਗਾ। ਪੂਰਨ ਇਕਾਗਰਤਾ ਵਿੱਚ ਟਿਕਿਆ ਹੋਇਆ ਮਨ ਹੀ ਆਤਮਾ ਦੀ ਲਖਤਾ, ਆਤਮਾ ਦੀ ਪਛਾਣ ਕਰ ਸਕੇਗਾ ਤੇ ਆਤਮਾ ਹੀ ਬ੍ਰਹਮ ਨੂੰ ਜਾਣ ਸਕੇਗੀ, ਕਿਉਂਕਿ ਆਤਮਾ ਉਸ ਦੀ ਅੰਸ਼ ਹੈ।
ਆਤਮਾ ਹੀ ਉਸ ਬਾਰੇ ਜਾਣੇਗੀ। ਜਿਸ ਦਿਨ ਆਤਮਾ ਪਰਮਾਤਮਾ ਬਾਰੇ ਜਾਣ ਲਵੇਗੀ, ਫਿਰ ਆਤਮਾ ਵਾਰ-ਵਾਰ ਨਵੇਂ-ਨਵੇਂ ਸਰੂਪ, ਢਾਂਚੇ, ਸ਼ਕਲਾਂ ਇਖਤਿਆਰ ਨਹੀਂ ਕਰੇਗੀ, ਸਗੋਂ ਸਦਾ ਵਾਸਤੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਉਸ ਮਾਲਕ ਬ੍ਰਹਮ ਦੀ ਅੰਸ਼ ਹੋਣ ਕਰਕੇ ਉਹਨੂੰ ਪਛਾਣ ਕੇ ਉਸ ਵਿੱਚ ਲੀਨ ਹੋ ਜਾਏਗੀ। ਇਹ ਸਾਰੀ ਖੇਡ ਕਦੋਂ ਬਣੇਗੀ, ਕਦੋਂ ਵਰਤੇਗੀ? ਸਾਹਿਬ ਕਹਿੰਦੇ ਜਦੋਂ ਹੁਕਮ ਕੋਈ ਮੰਨੇਗਾ, ਜਦੋਂ ਮਾਲਕ ਦੀ ਮਰਜ਼ੀ ਨਾਲ ਆਪਣੀ ਮਰਜ਼ੀ ਮਿਲਾ ਕੇ ਤੁਰੇਗਾ, ਉਸ ਦਿਨ ਫਿਰ ਮਾਲਕ ਸਾਰੀਆਂ ਬਰਕਤਾਂ ਤੇ ਬਖਸ਼ਿਸ਼ਾਂ ਹਿਰਦੇ ਰੂਪੀ ਝੋਲੀ ਵਿੱਚ ਪਾ ਕਰਕੇ ਉਸ ਨੂੰ ਆਪਣੇ ਸਿੰਘਾਸਨ ਦਾ ਮਾਲਕ ਬਣਾਵੇਗਾ। ਕਿੰਨਾ ਸਤਿਕਾਰ ਦਿੰਦਾ ਹੈ, ਬਾਣੀ 'ਚ ਬਚਨ ਹੈ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਾ। ਸਰੋਪਾ ਪਾ ਦਿੰਦਾ, ਪੋਸ਼ਾਕ ਸੋਹਣੀ ਦੇ ਦਿੰਦਾ ਹੈ, ਆਪਣੇ ਸਿੰਘਾਸਨ ਤੇ ਬਿਠਾ ਕੇ ਮਾਣ ਦਿੰਦਾ ਹੈ। ਇਹ ਉਹਨਾਂ ਦੀ ਕਥਾ ਹੈ ਜਿਨ੍ਹਾਂ ਨੇ ਹੁਕਮ ਮੰਨਿਆ, ਜਿਨ੍ਹਾਂ ਨੇ ਰਜਾ ਵਿੱਚ ਤੁਰਨਾ ਕੀਤਾ, ਜਿਨ੍ਹਾਂ ਨੂੰ ਭਾਣੇ ਦਾ ਰਸ ਆ ਗਿਆ। ਸੋ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਕਿਰਪਾ ਕਰ ਰਹੇ ਹਨ, ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਸਾਰੇ ਜਪੀਏ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਕਮ ਜਿਨਾਨੋ ਮਨਾਇਆ। ਸਹਿਬ ਸੱਚੇ ਪਾਤਸ਼ਾਹ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਫਰਮਾ ਰਹੇ ਹਨ। ਗੁਰਮੁਖ ਭਾਵਨਾ ਵਾਲੇ ਸਤਿਪੁਰਖ ਦੀ ਅਵਸਥਾ ਨੂੰ ਸਾਹਿਬਾਂ ਨੇ ਕਥਨ ਕੀਤਾ ਹੈ। ਹੁਕਮ ਆਪ ਜੀ ਨੇ ਸੁਣ ਲਿਆ ਹੈ ਕਿ ਅਰਬੀ ਬੋਲੀ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ, ਅੱਖਰੀ ਅਰਥ ਹੈ ਆਗਿਆ, ਆਇਸ, ਭਾਣਾ, ਰਜਾ, ਮਰਜੀ। ਸਾਹਿਬ ਫਰਮਾ ਰਹੇ ਨੇ ਹੁਕਮ ਜਿਨ੍ਹਾਂ ਨੋ ਦਾ ਅਰਥ ਹੈ ਨੂੰ, ਜਿਨ੍ਹਾਂ ਨੋ ਤੋਂ ਭਾਵੇਂ ਨੂੰ ਮਨਾਇਆ, ਮਨਵਾ ਲਿਆ। ਕਿਉਂਕਿ ਛੇਤੀ ਕੀਤਿਆਂ ਕੋਈ ਹੁਕਮ ਮੰਨ ਕੇ ਰਾਜੀ ਨਹੀਂ। ਐਸੇ ਸਥਾਨ ਤੇ ਹੀ ਲਲਕਾਰ ਕਰਕੇ ਸਾਹਿਬ ਕਹਿ ਰਹੇ ਸਨ, ਕੋਈ ਉੱਠੋ, ਕੋਈ ਅੱਗੇ ਆਏ, ਸਾਡੀ ਸ੍ਰੀ ਸਾਹਿਬ ਤਲਵਾਰ ਸੀਸ ਮੰਗਦੀ ਹੈ। ਕੋਈ ਸਿੱਖ ਅੱਗੇ ਆਏ ਤੇ ਗੁਰੂ ਵਾਰ-ਵਾਰ ਆਵਾਜ਼ਾਂ ਮਾਰ ਰਹੇ ਸਨ। ਤੇ ਕੀ ਪਹਿਲੀ ਆਵਾਜ਼ ਤੇ ਉੱਠ ਕੇ ਆਇਆ ਨਹੀਂ, ਦੂਜੀ ਤੇ ਤੀਜੀ ਤੇ ਉੱਠ ਕਰਕੇ ਆਇਆ ਉਹ ਜਿਹਨੂੰ ਗੁਰੂ ਨੇ ਚਾਹਿਆ ਕਿ ਹੁਣ ਇਹ ਹੁਕਮ ਮੰਨੇ। ਗੁਰੂ ਨਾਨਕ ਦੇ ਪਾਤਸ਼ਾਹ ਦੇ ਸਮੇਂ ਇੱਕ ਖਰਾ ਉਤਰਿਆ, ਇੱਕ ਪ੍ਰਵਾਨ ਹੋਇਆ। ਹੁਣ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਜਾਂ ਨੂੰ ਮਾਨ ਪ੍ਰਾਪਤ ਹੋਣਾ ਹੈ।
ਗੁਰੂ ਨੇ ਚਾਹਿਆ ਤੇ ਤਾਦੀ ਭਾਈ ਦਇਆ ਰਾਮ ਉੱਠ ਕੇ ਖਲੋਤੇ। 80,000 ਦੇ ਇਕੱਠ ਵਿੱਚੋਂ ਹੋਰ ਕੋਈ ਨਾ ਉੱਠ ਕੇ ਖਲੋ ਗਿਆ। ਇਹ ਵੀ ਗੁਰੂ ਦੀ ਮਰਜ਼ੀ ਹੀ ਸੀ। ਅਸੀਂ ਇਹ ਕਹੇ ਨਹੀਂ, ਦਾਵਾ ਨਹੀਂ ਕਰ ਸਕਦੇ ਕਿ ਭਾਈ ਦਇਆ ਰਾਮ ਆਪਣੀ ਇੱਛਾ ਅਨੁਸਾਰ ਆ ਗਏ ਸਨ। ਨਹੀਂ, ਸਤਿਗੁਰੂ ਨੇ ਸੰਕਲਪ ਦਿੱਤਾ, ਗੁਰੂ ਨੇ ਫੁਰਨਾ ਦਿੱਤਾ, ਗੁਰੂ ਨੇ ਉਦਮ ਦਿੱਤਾ ਕਿ ਤੂੰ ਇਹ ਸਿਰ ਰੱਖ ਕੇ ਕਰਨਾ ਕੀ ਹੈ। ਤੂੰ ਇਹ ਸਿਰ ਆਪਣਾ ਗੁਰੂ ਨੂੰ ਭੇਟਾ ਕਰਦਾ ਹੈ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਹੁਕਮ ਭਾਣਾ ਮਨਵਾਉਂਦਾ ਨਾ, ਆਪ ਹੀ ਮਨਵਾਉਂਦਾ, ਕਿਰਪਾ ਕਰਦਾ। ਇੱਥੇ ਹੁਣ ਹਉਮੈ ਨਹੀਂ ਬਚਦੀ। ਮਤਾਂ ਕੋਈ ਦਾਵਾ ਕਰੇ ਜੀ ਮੈਂ ਹੁਕਮ ਮੰਨਿਆ, ਮੈਂ ਬੜਾ ਆਗਿਆਕਾਰ ਹਾਂ, ਮੈਂ ਨਹੀਂ ਇੱਛਾ ਤੋਂ ਬਾਹਰ ਜਾਂਦਾ। ਲੱਖ ਦਾਵਾ ਕੋਈ ਕਰੇ, ਇੱਥੇ ਦਾਅਵਿਆਂ ਵਾਲੇ ਫਿਰ ਪਿੱਛੇ ਪੈ ਜਾਂਦੇ ਨੇ। ਜਿਹੜੇ ਦਾਵਾ ਕਰਦੇ ਨਾ ਮਹਾਰਾਜ ਅਸੀਂ ਵੀ ਤੁਹਾਡੇ ਸਿੱਖ ਹਾਂ, ਤੇ ਗੁਰੂ ਸਾਹਿਬ ਕਹਿੰਦੇ ਸਾਡੇ ਸਿੱਖ ਜੇ, ਫਿਰ ਸਾਡਾ ਹੁਕਮ ਮੰਨੋ, ਪਿਛਾਂਹ ਮੁੜ ਜਾਓ। ਨਹੀਂ ਮਹਾਰਾਜ ਕਿਵੇਂ ਪਿਛਾਂਹ ਮੁੜੀਏ। ਤੇ ਗੁਰੂ ਪਾਤਸ਼ਾਹ ਦੇ ਹੱਥ ਵਿੱਚ ਮੋਟਾ ਸਾਰਾ ਸੋਟਾ ਮੁਤੈਰ ਸੀ। ਜਦੋਂ ਪਿੰਡੇ ਦੇ ਵਿੱਚ 2-2 4-4 ਛੱਡੀਆਂ, ਪਿੰਡੇ 'ਚੋਂ ਸੇਕ ਨਿਕਲਿਆ, ਉਹੀ ਡੰਡੀਆਂ ਕੱਟ ਗਏ, ਪਿਛਾਂਹ ਨੱਠ ਗਏ। ਹੁਣ ਹੁਕਮ ਕਿਉਂ ਨਾ ਮੰਨਿਆ ਗਿਆ। ਜਿਹੜੇ ਕਹਿ ਰਹੇ ਸੀ ਮਹਾਰਾਜ ਤੁਹਾਡੇ ਸਿੱਖ ਹਾਂ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਠੁੱਕਣ ਲੱਗ ਪਈਆਂ, ਫਿਰ ਪਿਛਾਂਹ ਭਜਦਿਆਂ ਨੂੰ ਵਾਹਣ ਨਹੀਂ ਲੱਭਦੇ, ਰਾਹ ਨਹੀਂ ਵੇਖਦੇ। ਇਹ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਹਨ, ਧੰਨ ਬਾਬਾ ਬੁੱਢਾ ਸਾਹਿਬ ਜੀ। ਉਹਨਾਂ ਨੇ ਸਾਰਾ ਘਟਨਾਕ੍ਰਮ ਅੱਖੀਂ ਤੱਕਿਆ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਇੱਕ ਦਿਨ ਬੈਠਿਆਂ ਹੋਇਆਂ ਸਿੱਖ ਗੱਲਾਂ ਕਰ ਰਹੇ ਸੀ, ਹਉਮੈ ਵਾਲੀਆਂ, ਹੰਕਾਰ ਵਾਲੀਆਂ ਜੀ। ਬੜੀ ਟੋਕਰੀ ਟੋਈ, ਬੜੀ ਸੇਵਾ ਕੀਤੀ। ਕੋਈ ਕਹਿ ਰਿਹਾ ਸੀ ਬੜੀ ਕਹੀ ਵਾਹੀ ਹੈ, ਕੋਈ ਕਹਿੰਦਾ ਸੀ ਮੈਂ ਤਾਂ ਬੜੀ ਛੇਤੀ ਟੋਕਰੀਆਂ ਸੁੱਟ ਕੇ ਭੱਜ ਕੇ ਆ ਕੇ ਫਿਰ ਟੋਕਰੀ ਚੁੱਕ ਲੈਂਦਾ ਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਸਰਵਨਾ ਕੰਨਾਂ ਵਿੱਚ ਜਦੋਂ ਇਹ ਬੋਲ ਪਏ, ਸਾਹਿਬ ਸੋਚਣ ਲੱਗ ਪਏ ਕਿ ਸੇਵਾ ਕਰਕੇ ਤਾਂ ਸਿੱਖ ਨੇ ਆਪਣਾ ਆਪ ਮਿਟਾਉਣਾ ਸੀ, ਗੁਰੂ ਦੀ ਰਜ਼ਾ ਅਨੁਸਾਰ ਪ੍ਰਵਾਨ ਹੋਣਾ ਸੀ, ਦਰ ਤੇ ਕਬੂਲ ਪੈਣਾ ਸੀ। ਇਹ ਕਿਹੋ ਜਿਹੀਆਂ ਗੱਲਾਂ ਪੈ ਕਰਦੇ ਕਿ ਅਸੀਂ ਸੇਵਾ ਕੀਤੀ ਹੈ, ਅਸੀਂ ਘੱਲਣਾ ਕਰ ਲਈ। ਨਹੀਂ, ਇਹ ਘੱਲਣਾ ਥਾਏ ਨਹੀਂ ਪਵੇਗੀ। ਧੰਨ ਬਾਬਾ ਬੁੱਢਾ ਸਾਹਿਬ ਨੂੰ ਬਚਨ ਹੋਇਆ ਸੀ ਕਿ ਮਹਾਂਪੁਰਖ ਉੱਠ ਕੇ ਖਲੋਵੋ, ਇਹਨਾਂ ਸਿੱਖਾਂ ਨੂੰ ਸਮਝਾਵੋ ਤੇ ਉਹ ਸਾਖੀ ਕਰਤਾਰਪੁਰ ਸਾਹਿਬ ਵਾਲੀ ਸੁਣਾਇਓ ਜਦੋਂ ਤੁਸੀਂ ਅੱਖੀਂ ਵੇਖਿਆ ਸੀ। ਤੁਹਾਡਾ ਤਜਰਬਾ ਖੁਦ ਦਾ ਹੈ, ਤੁਹਾਨੂੰ ਜ਼ਿਆਦਾ ਪਤਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉਹ ਸਾਖੀ ਸੁਣਾਈ ਸੀ ਕਰਤਾਰਪੁਰ ਸਾਹਿਬ। ਸਿੱਖੋ ਦਾਵਾ ਨਾ ਕਰਿਆ ਕਰੋ, ਹੰਕਾਰ ਨਾ ਕਰੋ, ਹਉਮੈ ਨਾ ਕਰੋ। ਅਸੀਂ 3 ਪਿੱਛੇ ਬਚੇ ਸੀ, ਮੈਂ ਔਰ ਭਾਈ ਭਗੀਰਥ ਤੇ ਪਾਵਨ ਸ਼੍ਰੀ ਲਹਿਣਾ ਜੀ। ਅਸੀਂ ਦੋਵੇਂ ਪਿਛਾਂਹ ਹਟ ਕੇ ਰੁੱਖਾਂ ਦੇ ਦਰਖਤਾਂ ਦੇ ਉੱਲੇ ਹੋ ਕੇ ਵੇਖ ਰਹੇ ਸੀ ਕਿ ਹੁਣ ਕੀ ਹੁੰਦਾ। ਪਾਵਨ ਸ਼੍ਰੀ ਲਹਿਣਾ ਜੀ ਨਿਤਰੇ ਸਨ। ਕਿਉਂ? ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਹੁਕਮ ਮਨਵਾਉਣਾ ਚਾਹੁੰਦੇ ਸਨ ਕਿ ਹੁਕਮ ਵਿੱਚ ਪ੍ਰਵਾਨ ਹੋ ਚੱਕ। ਤੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਵੀ ਕਿਹਾ ਸੀ ਮਹਾਰਾਜ ਜਾਵਾਂ ਕਿੱਥੇ, ਕਿਸੇ ਦਾ ਕੋਈ ਟਿਕਾਣਾ ਹੋ ਸਕਦਾ, ਤੁਹਾਡੇ ਤੋਂ ਬਿਨਾ ਮੇਰਾ ਕੋਈ ਥਾਂ ਥੱਥਾ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਆਸਰਾ ਨਹੀਂ। ਇਹ ਹੈ ਸਮਰਪਿਤ ਭਾਵ। ਸਹਿ ਗੁਰੂ ਨਾਨਕ ਦੇ ਪਾਤਸ਼ਾਹ ਫਰਮਾ ਰਹੇ ਨੇ, ਹੁਕਮ ਜਿਨ੍ਹਾਂ ਨੋ ਮਨਾਇਆ, ਜਿਨ੍ਹਾਂ ਦੇ ਉੱਪਰ ਉਹਨੇ ਆਪਣੀ ਕਿਰਪਾ ਕੀਤੀ ਨਾ, ਮਿਹਰ ਕੀਤੀ, ਦਇਆ ਕੀਤੀ, ਤਰਸ ਕੀਤਾ, ਉਹਨਾਂ ਨੂੰ ਆਪਣਾ ਹੁਕਮ ਮਨਵਾ ਲਿਆ। ਤੇ ਜਿਨ੍ਹਾਂ ਨੂੰ ਹੁਕਮ ਉਸਨੇ ਮਨਵਾ ਲੈਣਾ ਕੀਤਾ, ਤਿਨ ਅੰਤਰ ਸ਼ਬਦ ਵਸਾਇਆ। ਉਹਨਾਂ ਨੂੰ ਕੀ ਫਲ ਮਿਲਿਆ, ਕੀ ਪ੍ਰਾਪਤੀ ਹੋਈ। ਤਿੰਨ ਕਹੀਏ ਉਹ, ਤਿੰਨ ਉਹਨਾਂ ਗੁਰਮੁਖਾਂ ਦੇ ਅੰਤਰ ਦਾ ਅਰਥ ਹੈ ਅੰਦਰ। ਅੰਤਰ ਤੋਂ ਭਾਵ ਅੰਤਿਸ਼ ਕਰਨ ਹਿਰਦਾ। ਕੀ ਦੇ ਦਿੱਤਾ ਗੁਰੂ ਨੇ, ਪਰਮੇਸ਼ਰ ਨੇ। ਸਾਹਿਬ ਕਹਿੰਦੇ ਸ਼ਬਦ ਵਸਾਇਆ। ਸ਼ਬਦ ਤੋਂ ਭਾਵ ਹੈ ਬ੍ਰਹਮ, ਸ਼ਬਦ ਤੋਂ ਭਾਵ ਹੈ ਗੁਰੂ ਦੀ ਸਿੱਖਿਆ ਉਪਦੇਸ਼, ਗੁਰੂ ਦਾ ਬਖਸ਼ਿਆ ਨਾਮ ਵਸਾਇਆ। ਨਾਮ ਕਿੱਥੇ ਵਸਦਾ ਹੈ? ਗੁਰੂ ਅਮਰਦਾਸ ਜੀ ਦਾ ਬਚਨ ਸਿੱਖ ਰੋਜ਼ ਪੜ੍ਹਦੇ, ਨਿਤਨੇਮ ਕਰਨ ਵਾਲੇ। ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਨਾਇਆ। ਗੁਰੂ ਸੁਣਾਉਂਦਾ ਹੈ। ਤੇ ਮਨ ਕਿੰਨਾ ਵਿੱਚ ਵਸਦਾ ਹੈ? ਜਿਹਨੇ ਧੁਰੋਂ ਲਿਖਿਆ ਆਇਆ, ਜਿਨ੍ਹਾਂ ਦੇ ਧੁਰੋਂ ਭਾਗਾਂ ਵਿੱਚ ਲਿਖਿਆ ਨਾ, ਉਹਨਾਂ ਦੇ ਹਿਰਦੇ 'ਚ ਸ਼ਬਦ ਦਾ ਪ੍ਰਕਾਸ਼ ਹੁੰਦਾ, ਸ਼ਬਦ ਦਾ ਵਾਸਾ ਹੁੰਦਾ। ਤੇ ਭੱਟ ਸਾਹਿਬ ਕਹਿੰਦੇ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ।
ਗੁਰੂ ਰਾਮਦਾਸ ਪਾਤਸ਼ਾਹ ਨੇ ਸ਼ਬਦ ਕਮਾਇਆ, ਕਿਉਂਕਿ ਉਹਨਾਂ ਦੇ ਹਿਰਦੇ ਸ਼ਬਦ ਵਸ ਚੁੱਕਾ ਸੀ। ਤਿੰਨ ਅੰਤਰ ਸ਼ਬਦ ਵਸਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਅੰਤਰਾਤਮੇ ਹਿਰਦੇ ਅੰਤਸ਼ਕਰਨ ਵਿੱਚ ਆਪਣਾ ਨਾਮ ਬਾਣੀ ਦਾ ਉਪਦੇਸ਼ ਵਸਾ ਦਿੱਤਾ। ਉਹ ਕਿਹੜਾ ਸੀ? ਨਿਤ ਉਠ ਗਾਵੋ ਪ੍ਰਭ ਕੀ ਬਾਣੀ। ਆ ਉਪਦੇਸ਼ ਹੈ ਕਿ ਭਾਈ ਨਿਤਾਂ ਪ੍ਰਤੀ, ਇਹ ਨਹੀਂ ਕਿ ਮਹੀਨੇ ਮੱਸੇ ਆ ਜਾਇਆ ਕਰੋ, ਨਹੀਂ, ਨਿਤਾਂ ਪ੍ਰਤੀ ਉੱਠ ਕਰਕੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇਹ ਉਪਦੇਸ਼ ਸਿੱਖਿਆ ਨਾਮ ਬਾਣੀ ਦਾ ਅਭਿਆਸ ਸਤਿਗੁਰੂ ਨੇ ਕਿਰਪਾ ਕਰਕੇ ਅੰਤਰ ਸ਼ਬਦ ਵਸਾਇਆ। ਉਹਨਾਂ ਦੇ ਅੰਤਰਾਤਮੇ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਸ਼ਬਦ ਵਸ ਗਿਆ। ਸਹੀਆ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ। ਸਖੀ ਕੌਣ ਹੈ ਤੇ ਸੁਹਾਗਣ ਕੌਣ ਹੈ? ਇੱਕੇ ਪੰਕਤੀ ਦੇ ਅੰਦਰ ਸਾਹਿਬਾਂ ਸਮਝਾ ਦਿੱਤਾ। ਸਹੀਆ ਕਹਿੰਦੇ ਨੇ ਸਹੇਲੀ ਨੂੰ। ਮਾਈਆਂ ਬੀਬੀਆਂ ਦੀਆਂ ਸਹੇਲੀਆਂ ਹੁੰਦੀਆਂ, ਮਰਦਾਂ ਦੇ ਮਿੱਤਰ ਹੁੰਦੇ, ਦੋਸਤ ਹੁੰਦੇ। ਸਹੀਆ ਸੇ ਸੁਹਾਗਣ, ਉਹ ਸਹੀਆਂ ਸਖੀਆਂ ਸਹੇਲੀਆਂ। ਸਖੀ ਹੋ ਸਹੇਲੜੀ ਹੋ, ਮੇਰਾ ਪਿਰ ਵਣਜਾਰਾ ਰਾਮ, ਮੇਰਾ ਉਹ ਪਤੀ ਪਰਮਾਤਮਾ ਵਣਜਾਰਾ ਹੈ। ਨਾਮ ਦਾ ਵਪਾਰੀ ਦਾਤ ਦੇ ਦਿੰਦਾ ਹੈ। ਤੁਸੀਂ ਉਸ ਨਾਲ ਸਾਂਝ ਪਾਓ। ਸੇ ਜਿਨ੍ਹਾਂ ਸਾਂਝ ਪਾਲੀ ਨਾ, ਸੇ ਉਹ ਗੁਰਮੁਖ ਸੁਹਾਗਣੀ ਸੁਹਾਗਣਾ ਹਨ। ਸੁਹਾਗ ਭਾਗ ਵਾਲੀਆਂ। ਕੱਲ ਵੀ ਜ਼ਿਕਰ ਆਇਆ ਸੀ ਸੁਹਾਗਣੀ ਕਿਆ ਕਰਮ ਕਮਾਇਆ, ਤੇ ਗੁਰੂ ਸਾਹਿਬ ਕਹਿੰਦੇ ਉਹਨਾਂ ਨੇ ਪੂਰਬ ਲਿਖਿਆ ਫਲ ਪਾਇਆ। ਮਾਲਕ ਨੇ ਨਜ਼ਰ ਕਰ ਦਿੱਤੀ, ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਸਹੀਆ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ। ਉਹ ਗੁਰਮੁਖ ਸਖੀਆਂ ਸਹੇਲੀਆਂ, ਸੁਹਾਗ ਪੱਗ ਵਾਲੀਆਂ, ਵੱਡੇ ਭਾਗਾਂ ਵਾਲੀਆਂ ਸੁਹਾਗਣੀ ਸੁਹਾਗਣਾ ਹਨ। ਜਿਨ ਸਹਿ, ਸਹਿ ਦਾ ਅਰਥ ਹੈ ਸ਼ਹੁ। ਸ਼ਹੁ ਕਹੀਏ ਖਸਮ, ਸਾਈਂ, ਮਾਲਕ, ਪਤੀ ਪਰਮੇਸ਼ਰ। ਜਿਨ ਸਹਿ ਨਾਲ ਪਿਆਰ ਜੀਓ। ਜੀਓ ਜਿੰਦ ਜਾਨ ਤੋਂ ਜਿਨ੍ਹਾਂ ਦਾ ਵਾਹਿਗੁਰੂ ਜੀ ਦੇ ਨਾਲ ਪਿਆਰ ਹੈ। ਪਿਆਰ ਤੋਂ ਭਾਵ ਸਨੇਹ, ਮੁਹੱਬਤ, ਪ੍ਰੀਤ ਹੈ। ਦੁਨੀਆਦਾਰੀ ਦੇ ਨਾਲ, ਪਦਾਰਥਾਂ ਦੇ ਨਾਲ, ਵਸਤੂਆਂ ਨਾਲ, ਘਰ ਪਰਿਵਾਰ ਨਾਲ ਬਹੁਤਿਆਂ ਦਾ ਹੀ ਪਿਆਰ ਹੈ, ਤਕਰੀਬਨ ਸਾਰਿਆਂ ਦਾ ਹੀ ਹੈ। ਪਰ ਸਾਹਿਬ ਕਹਿੰਦੇ ਉਹ ਗੁਰਮੁਖ ਜੀ ਵਿਸਤਰੀਆਂ ਗੁਰਮੁਖ ਸੁਹਾਗਣ ਨੇ ਜਿਨ੍ਹਾਂ ਦਾ ਸ਼ਹੁ ਨਾਲ ਪਿਆਰ ਪੈ ਗਿਆ ਹੈ। ਪਰਮਾਤਮਾ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਨਾਲ ਜਿਨ੍ਹਾਂ ਦਾ ਪਿਆਰ ਹੈ। ਜਿਨ੍ਹਾਂ ਭਾਣੇ ਕਾ ਰਸ ਆਇਆ। ਜਿਨ੍ਹਾਂ ਗੁਰਮੁਖ ਜਨਾਂ ਨੂੰ ਭਾਣੇ ਦਾ ਭਾਵ ਵੀ ਹੁਕਮ ਹੈ, ਰਜਾ ਹੈ, ਆਇਸ ਆਗਿਆ ਹੈ, ਮਰਜ਼ੀ ਹੈ। ਵਾਹਿਗੁਰੂ ਜੀ ਦੇ ਭਾਣੇ ਦਾ, ਉਹਦੀ ਮਰਜ਼ੀ ਦਾ, ਉਹਦੀ ਇੱਛਾ ਦਾ ਇੰਨਾ ਰਸ ਹੈ। ਉਹਦੀ ਰਜਾ ਵਿੱਚ ਤੁਰਨਾ ਵੀ ਰਸ ਹੈ। ਪਿਆਰੇ ਦੀ ਆਗਿਆ ਮੰਨ ਕੇ ਤੁਰਨਾ, ਇਹਦਾ ਰਸ, ਇਹਦਾ ਆਨੰਦ ਕੋਈ ਬਿਆਨ ਨਹੀਂ ਕਰ ਸਕਦਾ। ਤਾਈਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਖਸਮੇ ਨੂੰ ਸੋ ਭਾਵਦਾ, ਖਸਮੇ ਦਾ ਜਿਸ ਭਾਣਾ ਭਾਵੈ। ਖਸਮ ਦਾ ਭਾਣਾ, ਵਾਹਿਗੁਰੂ ਦਾ ਭਾਣਾ ਜਿਸ ਗੁਰਮੁਖ ਨੂੰ ਭਾ ਜਾਵੇ, ਉਹ ਗੁਰਮੁਖ ਰੱਬ ਨੂੰ ਭਾ ਜਾਂਦਾ, ਪਰਮਾਤਮਾ ਨੂੰ ਪ੍ਰਵਾਨ ਹੋ ਜਾਂਦਾ ਹੈ। ਵੈਸੇ ਕੰਮ ਬੜਾ ਔਖਾ, ਭਾਣੇ ਵਿੱਚ ਕੋ ਵਿਰਲਾ ਆਇਆ, ਕੋਈ ਟਾਵਾਂ ਹੁੰਦਾ ਹੈ। ਕੌਣ ਆਉਂਦਾ ਹੈ? ਗੁਰਮੁਖ ਤੇਰਾ ਭਾਣਾ ਭਾਵੈ। ਗੁਰਮੁਖ ਨੂੰ ਤੇਰਾ ਭਾਣਾ, ਤੇਰਾ ਕੀਤਾ ਚੰਗਾ ਲੱਗਦਾ। ਤੇ ਮਨਮੁਖ ਜਿਹੜਾ ਹੈ, ਥੋੜਾ ਜਿਹਾ ਨੁਕਸਾਨ ਹੋ ਜਾਵੇ, ਦੇਵ ਲਾਂਭੇ ਤੇ ਲਾਂਭਾ, ਗਿਲੇ ਸ਼ਿਕਵੇ, ਤੈਨੂੰ ਮੈਂ ਹੀ ਲੱਭਾ ਸੀ, ਤੈਨੂੰ ਸਾਡਾ ਹੀ ਘਰ ਦਿਸਿਆ ਸੀ। ਸੋ ਉਹ ਭਾਣੇ ਵਿੱਚ ਨਹੀਂ ਤੁਰਦਾ। ਗੁਰਮੁਖ ਨੂੰ ਭਾਣੇ ਦਾ ਰਸ ਆ ਗਿਆ। ਆਪ ਜੀ ਨੇ ਪਿੱਛੇ ਉਹ ਦੋ ਕਥਾਵਾਂ ਸਰਵਣ ਕੀਤੀਆਂ ਸਨ, ਇਤਿਹਾਸ ਵਿੱਚ ਆਈਆਂ। ਇੱਕ ਭਾਈ ਭਿਖਾਰੀ, ਇੱਕ ਭਾਈ ਸੰਮਨ ਵਾਲੀ। ਦੋਵੇਂ ਗੁਰਮੁਖਾਂ ਦੇ ਜੀਵਨ ਦੇ ਵਿੱਚੋਂ ਭਾਣਾ ਰਜਾ ਡੁੱਲ ਡੁੱਲ ਪੈਂਦੀ ਹੈ ਕਿ ਕਿਵੇਂ ਭਾਈ ਗੁਰਮੁਖ ਨੇ ਬੇਨਤੀ ਕੀਤੀ ਪੰਜਵੇਂ ਪਾਤਸ਼ਾਹ, ਮਹਾਰਾਜ ਕੋਈ ਹੈ ਇਹੋ ਜਿਹਾ ਜਿਹਨੂੰ, ਜਿਹੜਾ ਭਾਣੇ ਵਿੱਚ ਤੁਰਦਾ ਹੋਵੇ, ਜਿਹਨੂੰ ਭਾਣੇ ਦਾ ਰਸ ਆ ਗਿਆ ਹੋਵੇ, ਜਿਹੜਾ ਮਾਲਕ ਦੀ ਕੀਤੀ ਤੇ ਕਦੇ ਕੋਈ ਗਿਲਾ ਸ਼ਿਕਵਾ ਨਾ ਕਰੇ। ਕਹਿੰਦੇ ਹਾਂ ਹੈ, ਗੁਰਮੁਖ ਪਿਆਰਾ ਭਾਈ ਭਿਖਾਰੀ, ਜਾ ਚਲਿਆ ਜਾ, ਜੇਕਰ ਵੇਖਣਾ ਹੈ। ਜਾ ਪਹੁੰਚਿਆ ਸੀ ਆਪ ਨੇ। ਉਹ ਕਥਾ ਬੜੀ ਵਾਰੀ ਸੁਣੀ ਹੈ, ਸਾਰੀ ਕਥਾ ਬਿਆਨ ਕਰਨ ਦੀ ਲੋੜ ਨਹੀਂ। ਕਥਾ ਦਾ ਤੱਤ ਸਾਰ ਭਾਵ ਕੀ ਹੈ
ਕਿ ਭਾਈ ਗੁਰਮੁਖ ਨੇ ਆਪਣੀ ਅੱਖਾਂ ਨਾਲ ਵੇਖਿਆ ਸੀ ਕਿ ਭਾਈ ਸਾਹਿਬ ਜੀ ਤੱਪੜ ਨੂੰ ਤੋਪੇ ਲਾ ਰਹੇ ਨੇ, ਮਠਿਆਈਆਂ ਵੀ ਘਰ 'ਚ ਬਣ ਰਹੀਆਂ ਨੇ, ਤੇ ਉਹ ਭਾਣਾ ਵਰਤਿਆ। ਜਦੋਂ ਸਮਾਂ ਆਇਆ ਪੁੱਤਰ ਚੜ੍ਹਾਈ ਕਰ ਗਿਆ। ਉਹੀ ਸਾਫ ਜਿਹੜੀ ਸੀ ਉਹ ਦਰੀ ਜਿਹੜੀ ਪਾਟੀ ਟੋਪੇ ਲਾ ਰਹੇ ਸਨ ਵਿਛਾਈ ਗਈ, ਤੇ ਭਾਈ ਗੁਰਮੁਖ ਹੈਰਾਨ ਸੀ ਤੇ ਕਹਿ ਰਿਹਾ ਸੀ, ਤੁਹਾਨੂੰ ਪਤਾ ਸੀ ਤੇ ਤੁਸੀਂ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਕੇ ਬੱਚੇ ਦੀ ਉਮਰ ਹੀ ਮੰਗ ਲੈਂਦੇ, ਆਪਣੀ ਆਤਮ ਸੱਤਿਆ ਵਰਤ ਲੈਂਦੇ। ਤੇ ਭਾਈ ਭਿਖਾਰੀ ਜੀ ਸਮਝਾਇਆ ਸੀ ਕਿ ਜਿਹੜੇ ਮਾਲਕ ਦੀ ਮਰਜ਼ੀ ਨਾਲ ਮਰਜ਼ੀ ਮਿਲਾ ਲੈਣ, ਉਹ ਕਦੀ ਫਿਰ ਆਪਣੀ ਇੱਛਾ ਯਾਰ ਹੀ ਨਹੀਂ ਕਰਦੇ, ਮੰਗਣੀ ਤਾਂ ਦੂਰ ਦੀ ਗੱਲ, ਫੁਰਨਾ ਹੀ ਨਹੀਂ ਕਰਦੇ। ਜਿਨ੍ਹਾਂ ਨੂੰ ਇਹ ਰਸ ਆ ਜਾਏ, ਭਾਣਾ ਮੰਨਣ ਦਾ ਇੰਨਾ ਭਾਰੀ ਰਸ, ਆਨੰਦ ਤੇ ਸੁੱਖ ਹੈ, ਇਹ ਦੱਸਿਆ ਨਹੀਂ ਜਾ ਸਕਦਾ। ਭਾਈ ਗੁਰਮੁਖ ਨੇ ਭਾਈ ਭਿਖਾਰੀ ਦੇ ਚਰਨ ਫੜ ਲਏ ਸਨ। ਧੰਨ ਹੋ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖ, ਇਹਨਾਂ ਸਭ ਕੁਛ ਪੁੱਤਰ ਨਾਲ ਕਿੰਨਾ ਪਿਆਰ ਹੁੰਦਾ ਹੈ। ਪੁੱਤਰ ਹੀ ਚੱਲ ਵਸੇ ਤੇ ਫਿਰ ਵੀ ਮਨੁੱਖ ਕਹੇ ਮਾਲਕਾ ਤੇਰਾ ਭਾਣਾ ਤੇਰੀ ਰਜਾ। ਸੋ ਸਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ, ਜਿਨ੍ਹਾਂ ਭਾਣੇ ਕਾ ਰਾਸੇ ਆਇਆ, ਜਿਨ੍ਹਾਂ ਨੂੰ ਭਾਣੇ ਦਾ ਰਸ ਪ੍ਰਾਪਤ ਹੋ ਗਿਆ, ਰਸ ਤੋਂ ਭਾਵੇਂ ਆਨੰਦ। ਸੋ ਜਿਨ੍ਹਾਂ ਨੂੰ ਇਹ ਰਸ ਆ ਗਿਆ, ਇਹ ਰਸ ਪ੍ਰਾਪਤ ਹੋ ਗਿਆ, ਤਿਨ ਵਿੱਚੋਂ ਭਰਮ ਚੁਕਾਇਆ। ਭਾਣੇ ਵਿੱਚ ਤੁਰਨ ਵਾਲਾ, ਗੁਰੂ ਦੀ ਰਜਾ ਅਨੁਸਾਰ ਮਰਜ਼ੀ ਅਨੁਸਾਰ ਤੁਰਨ ਵਾਲਾ ਬੰਦਾ ਕਦੀ ਫਿਰ ਭਰਮ ਵਿੱਚ ਨਹੀਂ ਪੈਂਦਾ, ਦੁਬਦਾ ਵਿੱਚ ਨਹੀਂ ਪੈਂਦਾ, ਦੁਚਿੱਤੀ ਵਿੱਚ ਨਹੀਂ ਫਸਦਾ, ਕਿਉਂਕਿ ਉਹਦਾ ਆਪਣਾ ਫੈਸਲਾ ਰਹਿ ਨਹੀਂ ਕੋਈ ਜਾਂਦਾ। ਜਿਹੜਾ ਬੰਦਾ ਆਪਣੀ ਮੱਤ ਵਰਤ ਕੇ ਫੈਸਲਾ ਕਰਨਾ ਚਾਹੇਗਾ ਜ਼ਰੂਰ ਭਰਮ ਵਿੱਚ ਪਵੇਗਾ। ਤੇ ਜਿਹੜਾ ਕਹਿੰਦਾ ਮਾਲਕਾ ਤੇਰੀ ਮਰਜ਼ੀ, ਤੇਰੀ ਰਜਾ, ਤੇਰੀ ਇੱਛਾ, ਜੋ ਤੂੰ ਕਰਨਾ ਕਰ, ਮੇਰਾ ਕੋਈ ਵਿਚਾਰ ਹੀ ਨਹੀਂ। ਸਾਹਿਬ ਕਹਿੰਦੇ ਉਹ ਗੁਰਮੁਖ ਜਿਹੜੇ ਨਾ, ਤਿੰਨ ਵਿੱਚੋਂ ਭਰਮ ਚੁਕਾਇਆ। ਕੱਲ ਵੀ ਭਰਮ ਬਾਰੇ ਜ਼ਿਕਰ ਆਇਆ ਸੀ। ਇਹੋ ਜਿਹੇ ਗੁਰਮੁਖ ਜਨਾਂ ਨੇ ਆਪਣੇ ਅੰਤਸ਼ਕਰਨ ਵਿੱਚੋਂ ਜਿਹੜਾ ਭਰਮ ਹੈ ਨਾ ਚੁਕਾਇਆ, ਚੁਕਾ ਦਿੱਤਾ, ਭਾਵ ਦੂਰ ਕਰ ਦਿੱਤਾ। ਮਾਲਕ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ, ਉਹਨਾਂ ਦਾ ਹਿਰਦਾ ਇੰਨਾ ਸਰਲ ਵਿਸ਼ਾਲ ਕਰ ਦਿੱਤਾ ਕਿ ਉੱਥੇ ਕਦੀ ਭਰਮ ਪੈਦਾ ਹੀ ਨਹੀਂ ਹੁੰਦਾ। ਇੰਨਾ ਡੂੰਘਾ ਤੇ ਵਿਸ਼ਾਲ ਗੁਰੂ ਨੂੰ ਸਮਰਪਿਤ ਹਿਰਦਾ, ਗੁਰੂ ਤੇ ਕੀਤੇ ਤੇ ਕਦੀ ਭਰਮ ਪੈਦਾ ਹੀ ਨਹੀਂ ਹੁੰਦਾ। ਬੜੇ ਇਹੋ ਜਿਹੇ ਸਿੱਖ ਸਨ। ਇੱਕ ਸਿੱਖ ਇੱਥੇ ਆਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਨਮਸਕਾਰ ਕੀਤੀ, ਮੱਥਾ ਟੇਕਿਆ, ਭੇਟਾ ਰੱਖੀ ਤੇ ਤੁਰ ਪਿਆ। ਕਲਗੀਧਰ ਜੀ ਕਹਿਣ ਲੱਗੇ, ਦੀਵਾਨ ਸੱਜਾ ਬੈਠ 2-4 ਮਿੰਟ ਸੰਗਤ ਦਾ ਲਾਹਾ ਲੈਣਾ ਹੀ ਮਹਾਰਾਜ, ਘਰ ਪਰਿਵਾਰ ਹੈ, ਪਿੱਛੇ ਜਾ ਕੇ ਖਬਰਸਾਰ ਲੈਣੀ ਹੈ। ਸਾਹਿਬ ਕਹਿਣ ਲੱਗੇ, ਚੰਗਾ ਭਾਈ ਸਾਹਿਬਾਂ ਵਿਚਾਰਿਆ ਕਿ ਇਹਨੂੰ ਬੜਾ ਵੱਡਾ ਭਰਮ ਹੈ ਕਿ ਮੈਂ ਹੀ ਅਸਮਾਨ ਚੁੱਕੀ ਫਿਰਦਾ, ਸਿਰ ਤੇ ਟੱਬਰ ਲਈ ਫਿਰਦਾ, ਮੈਂ ਹੀ ਪਾਲਨਹਾਰ ਹਾਂ, ਇਹ ਵੀ ਭਰਮ ਹੈ। ਕਹਿਣ ਲੱਗੇ ਕਿੱਧਰ ਦੀ ਜਾਣਾ? ਜਦੋਂ ਦੱਸਿਆ ਕਹਿਣ ਲੱਗੇ ਫਿਰ ਸਢੌਰੇ ਸਾਡਾ ਮਿੱਤਰ ਹੈ ਪੀਰ ਬੁੱਧੂ ਸ਼ਾਹ, ਉਹਦੇ ਪਾਸ ਚਲਿਆ ਜਾਈ। ਆਹ ਸਾਡੀ, ਕਹਿਣ ਲੱਗੇ ਪੜ੍ਹਿਆ? ਕਹਿੰਦੇ ਨਹੀਂ। ਕਹਿੰਦੇ ਫਿਰ ਹੋਰ ਸੌਖਾ ਹੋ ਗਿਆ, ਆਹ ਸਾਡਾ ਹੁਕਮ ਹੈ, ਲੈ ਜਾ। ਸਾਹਿਬਾਂ ਨੇ ਉਹ ਪੱਤਰਕਾ ਚਿੱਠੀ ਲਿਖ ਦਿੱਤੀ ਸੀ। ਤੇ ਜਦੋਂ ਜਾ ਕੇ ਉੱਥੇ ਪਹੁੰਚਾ, ਪੀਰ ਜੀ ਨੇ ਬੜੀ ਸੇਵਾ ਕੀਤੀ, ਜਲ ਪਾਣੀ ਛਕਾਇਆ। ਕਹਿਣ ਲੱਗਾ ਅੱਛਾ ਫਿਰ ਚੱਲਦਾ। ਉਹ ਕਹਿਣ ਲੱਗੇ ਕਿੱਧਰ ਚੱਲਦਾ ਹੈ? ਕਲਗੀਧਰ ਜੀ ਦਾ ਹੁਕਮ ਹੈ, ਤੈਨੂੰ 6 ਮਹੀਨੇ ਇੱਥੇ ਰੱਖਣਾ ਹੈ। ਬੜਾ ਕਲਪਿਆ, ਮੇਰੇ ਨਾਲ ਧੋਖਾ ਹੋਇਆ। ਉਹ ਕਹਿਣ ਲੱਗੇ ਤੂੰ ਕਲਪ ਜੋ ਮਰਜ਼ੀ ਕਰ, ਤੂੰ ਤਾਂ ਨਹੀਂ ਮੰਨਿਆ, ਪਰ ਮੈਂ ਜ਼ਰੂਰ ਮੰਨਾਂਗਾ ਸਾਹਿਬਾਂ ਦਾ ਹੁਕਮ, ਮੈਂ ਨਹੀਂ ਤੈਨੂੰ ਜਾਣ ਦੇਵਾਂਗਾ। ਤੇ 6 ਮਹੀਨੇ ਕਹਿੰਦੇ ਉੱਥੇ ਰੱਖਿਆ। ਤੇ ਸੋਚਦਾ ਸੀ, ਇਹ ਵੀ ਭਰਮ ਸੀ ਕਿ ਹੁਣ ਤਾਂ ਬੱਚੇ ਚੱਲ ਵਸੇ ਹੋਣਗੇ, ਮੈਂ ਹੀ ਪਾਲਦਾ ਸੀ। ਤੇ ਜਦੋਂ ਘਰ ਦੇ ਨੇੜੇ ਪਹੁੰਚਿਆ, ਇੱਕ ਬੱਚਾ ਛੋਟਾ ਦੌੜਦਾ ਆਇਆ, ਬੜੇ ਵਧੀਆ ਲੀੜੇ ਕੱਪੜੇ ਬਸਤਰ। ਕਹਿਣ ਲੱਗੇ ਪਿਤਾ ਜੀ ਜਦੋਂ ਦੇ ਤੁਸੀਂ ਗਏ ਲਹਿਰਾਂ ਬਹਿਰਾਂ ਹੀ ਲੱਗੀਆਂ, ਕੋਈ ਰਾਜੇ ਦੇ ਸਿਪਾਹੀ ਆਏ, ਅਨਾਜ ਘਰ ਗੱਡੇ ਭਰ ਕੇ ਸੁੱਟ ਗਏ, ਬੜੇ ਵਧੀਆ ਲੀੜੇ ਬਸਤਰ ਦੇ ਗਏ, ਆਨੰਦ ਹੀ ਆਨੰਦ ਹੈ। ਫਿਰ ਉਸ ਸਮੇਂ ਉਹਦਾ ਭਰਮ ਦੂਰ ਹੋਇਆ ਕਿ ਪਾਲਨਹਾਰ ਕੋਈ ਹੋਰ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ, ਭੁੱਲ ਮੰਗੀ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਰਸ ਆ ਗਿਆ, ਤਿੰਨ ਵਿੱਚੋਂ ਭਰਮ ਚੁਕਾਇਆ। ਗੁਰੂ ਹੀ ਕਿਰਪਾ ਕਰਕੇ ਭਰਮ ਜਿਹੜਾ ਚੁਕਾ ਦਿੰਦਾ ਹੈ, ਪੈਦਾ ਹੋਇਆ ਭਰਮ ਮੁੱਕ ਜਾਂਦਾ ਹੈ। ਸੋ ਉਹਨਾਂ ਦੇ ਅੰਤਰਾਤਮੇ ਤੋਂ ਸਤਿਗੁਰੂ ਪਾਤਸ਼ਾਹ ਪਰਮੇਸ਼ਰ ਮਾਲਕ ਜੀ ਨੇ ਜਿਹੜਾ ਭਰਮ ਸੀ, ਭੁਲੇਖਾ ਸੀ, ਦੁਬਦਾ ਸੀ, ਉਹ ਸਾਰਾ ਚੁਕਾਇਆ, ਚੁਕਾ ਦਿੱਤਾ, ਦੂਰ ਕਰ ਦਿੱਤਾ।
ਉਹਨਾਂ ਗੁਰਮੁਖਾਂ ਨੇ ਇਸ ਭਰਮ ਦੇ ਉੱਪਰ ਫਤਿਹ ਪਾ ਲਈ, ਭਰਮ ਨੂੰ ਮੁਕਾ ਦਿੱਤਾ। ਨਾਨਕ ਸਤਿਗੁਰ ਐਸਾ ਜਾਣੀਐ, ਜੋ ਸਭ ਸੈ ਲਏ ਮਿਲਾਏ ਜਿਉ। ਇਸ ਪਾਵਨ ਬਚਨ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਜਿੱਥੇ ਸਤਿਗੁਰੂ ਦਾ ਸੁਭਾਅ ਗੁਣ ਪਰਉਪਕਾਰ ਵਰਣਨ ਕੀਤਾ, ਨਾਲ ਸਤਿਗੁਰੂ ਦੀ ਪਰਿਭਾਸ਼ਾ ਡੈਫੀਨੇਸ਼ਨ ਵੀ ਦੱਸ ਦਿੱਤੀ ਹੈ ਕਿ ਗੁਰੂ ਕਿਸ ਨੂੰ ਆਖਦੇ ਨੇ। ਦੁਬਦਾ ਪਾਉਣ ਵਾਲੇ ਦਾ ਨਾਮ ਗੁਰੂ ਨਹੀਂ ਹੁੰਦਾ, ਭਾਵੇਂ ਕੋਈ ਧੰਨ ਧੰਨ ਸਤਿਗੁਰੂ ਖਵਾਵੇ, ਜੋ ਮਰਜੀ ਲੰਮੇ ਚੌੜੇ ਨਾਂ ਰਖਵਾ ਲਵੇ, ਰਖਵਾਉਣੇ ਔਖੇ ਨਹੀਂ। ਸਾਹਿਬਾਂ ਨੇ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਦੀ ਪਰਿਭਾਸ਼ਾ ਜਿੱਥੇ ਹੋਰ ਥਾਵਾਂ ਤੇ ਦੱਸੀ, ਇੱਥੇ ਵੀ ਇਹੀ ਸਾਹਿਬਾਂ ਨੇ ਬਚਨ ਵਰਣਨ ਕੀਤਾ ਹੈ। ਨਾਨਕ ਸਤਿਗੁਰ ਐਸਾ ਜਾਣੀਐ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਸਤਿਗੁਰ ਐਸਾ ਜਾਣੀਏ, ਸਤਿਗੁਰੂ ਪਾਤਸ਼ਾਹ ਐਸਾ ਇਹੋ ਜਿਹਾ ਜਾਣੀਏ, ਜਨ ਨਾ ਕਰੀਏ, ਜਾਣਿਆ ਜਾਂਦਾ ਹੈ ਕਿਹੋ ਜਿਹਾ, ਜੋ ਸਭ ਸੇ ਲੈ ਮਿਲਾਏ ਜੀ, ਜੋ ਸਾਰਿਆਂ ਨੂੰ ਨਾਲ ਮਿਲਾ ਲੈਂਦਾ। ਭਾਵੇਂ ਕੋਈ ਮੁਸਲਮਾਨ ਸ਼ਰਨ ਵਿੱਚ ਆ ਗਿਆ, ਕੋਈ ਜੋਗੀ ਆ ਗਿਆ, ਕੋਈ ਜੰਗਮ, ਕੋਈ ਸਰੇਵੜਾ, ਕੋਈ ਵੀ ਕਿਸੇ ਧਰਮ ਦਾ ਆ ਗਿਆ, ਸਤਿਗੁਰੂ ਇੰਨਾ ਪਰਉਪਕਾਰੀ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਗੁਰੂ ਸਾਰਿਆਂ ਨੂੰ ਨਾਮਦਾਨ ਦੇ ਦਿੰਦਾ। ਦੋ ਪ੍ਰਸਿੱਧ ਮੁਸਲਮਾਨ ਹੋਏ ਜਿਨ੍ਹਾਂ ਦਾ ਪਿਛਲੇ ਦਿਨੀ ਜ਼ਿਕਰ ਕੀਤਾ ਸੀ, ਖਵਾਜਾ ਔਰ ਦੂਸਰਾ ਜਾਨੀ ਫਕੀਰ। ਦੋਵੇਂ ਮੁਸਲਮਾਨ ਸਨ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸੰਗਤ ਕਰਕੇ ਤੁਰਿਆ ਪਦ ਚੌਥੀ ਭੂਮਿਕਾ ਨੂੰ ਪ੍ਰਾਪਤ ਹੋਏ। ਇਹ ਹੈ ਸਤਿਗੁਰੂ ਦਾ ਪਰਉਪਕਾਰ। ਸਾਹਿਬ ਕਹਿ ਰਹੇ ਸਤਿਗੁਰੂ ਇਹੋ ਜਿਹਾ ਜਾਣਿਆ ਜਾਂਦਾ ਹੈ, ਜੋ ਸਭ ਸੇ ਲੈ ਮਿਲਾ, ਜਿਹੜਾ ਸਾਰਿਆਂ ਨੂੰ ਮਿਲਾ ਲੈਂਦਾ, ਸਾਰਿਆਂ ਨੂੰ ਹੀ ਜੋੜ ਲੈਂਦਾ ਹੈ। ਇਹ ਸਤਿਗੁਰੂ ਦਾ ਗੁਣ ਹੈ, ਇਹ ਸਤਿਗੁਰੂ ਦਾ ਪਰਉਪਕਾਰ ਹੈ। ਗੁਰੂ ਕਦੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਵਖਰੇਵਾ ਨਹੀਂ ਰੱਖਦਾ ਕਿ ਇਹ ਗੈਰ ਧਰਮ ਦਾ, ਇਹਨੂੰ ਨਾਮਦਾਨ ਨਹੀਂ ਦੇਣਾ। ਹਾਂ, ਜਿਹੜਾ ਸ਼ਰਨ ਵਿੱਚ ਡਿੱਗ ਪਿਆ, ਗੁਰੂ ਨੇ ਉਸ ਨੂੰ ਨਿਹਾਲ ਕਰ ਦਿੱਤਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਕਲਗੀਧਰ ਜੀ ਦੇ ਇਸ ਪਾਵਨ ਸਥਾਨ ਤੇ ਅਣਗਿਣਤ ਜੀਵ ਇਹੋ ਜਿਹੇ ਆਉਂਦੇ, ਜਿਹੜੇ ਅਣਮਤੀਏ ਹੋਰਨਾਂ ਮਤਾਂ ਦੇ ਧਾਰਨੀ, ਪਰ ਭਰੋਸਾ ਵਿਸ਼ਵਾਸ ਰੱਖਦੇ ਨੇ, ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ। ਨੇੜੇ ਨਗਰ ਹੈ ਕੋਟਲਾ, ਹਿੰਦੂ ਘਰ ਵਿੱਚ ਪੈਦਾ ਹੋਈ ਇੱਕ ਬੱਚੀ, ਸਿਰ ਦੇ ਵਿੱਚ ਕਹਿੰਦੇ ਟਿਊਮਰ, ਕੈਂਸਰ ਆ ਗਈ, ਤੇ ਕੋਈ ਸੁਪਨਾ ਮਾਲਕ ਨੇ ਵਿਖਾਇਆ ਕਿ ਸ੍ਰੀ ਕੇਸਗੜ੍ਹ ਸਾਹਿਬ ਜਾ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ, ਕਿਰਪਾ ਹੋਵੇਗੀ। ਉਹ ਬੱਚੀ ਇੱਥੇ ਆਈ। ਅੱਜ ਉਹ ਬੱਚੀ ਠੀਕ ਠਾਕ, ਬਿਲਕੁਲ ਕਿਸੇ ਤਰ੍ਹਾਂ ਦੀ ਨੂੰ ਪਰੇਸ਼ਾਨੀ ਨੂੰ ਕੇਸਕੀ ਬਣਦੀ ਹੈ। ਸ੍ਰੀ ਅਨੰਦਪੁਰ ਸਾਹਿਬ ਇੱਥੇ ਆਉਂਦੀ ਰਹਿੰਦੀ ਹੈ। ਪਰਿਵਾਰ ਰਿਸ਼ਤੇਦਾਰ ਸਾਰੇ ਹਿੰਦੂ ਫੈਮਿਲੀ ਹੈ, ਹਿੰਦੂ ਪਰਿਵਾਰ। ਉਸਨੇ ਇੱਥੋਂ ਅੰਮ੍ਰਿਤ ਛਕਿਆ ਤੇ ਉਹ ਆਪ ਕਹਿੰਦੇ ਦੱਸਦੀ ਕਿ ਮਾਲਕ ਦੀ ਉਸੇ ਸਮੇਂ ਬੜੀ ਕਲਗੀਧਰ ਜੀ ਦੀ ਕਿਰਪਾ ਹੋ ਗਈ। ਸਤਿਗੁਰੂ ਪਾਤਸ਼ਾਹ ਨੇ ਮਿਹਰ ਕਰ ਦਿੱਤੀ। ਭਾਵੇਂ ਕਿ ਉਹਦਾ ਜਨਮ ਕਿਸੇ ਹੋਰ ਘਰ ਦੇ ਵਿੱਚ ਹੋਇਆ ਹੈ, ਪਰ ਜਿਹਨੂੰ ਦਾਤ ਮਾਲਕ ਨੇ ਦੇਣੀ ਹੋਵੇ, ਆਪ ਜਿਹੜਾ ਬਚਨ ਲਿਖਿਆ ਨੇ, ਇੱਕ ਨਾ ਸੁੱਤਿਆਂ ਦੇ ਉਠਾ ਲਓ, ਬਿਲਕੁਲ ਸੱਤ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਹੀ ਜਿਹਦੇ ਤੇ ਤੁਰ ਉੱਠ ਕੇ ਕਿਰਪਾ ਕਰਨ, ਉਹਨੂੰ ਆਪਣੇ ਨਾਲ ਮਿਲਾ ਲੈਂਦੇ ਹਨ। ਇਹ ਸਤਿਗੁਰੂ ਦਾ ਵੱਡਾ ਗੁਣ ਤੇ ਪਰਉਪਕਾਰ ਹੈ। ਸਤਿਗੁਰੂ ਮਹਾਂਪੁਰਖ ਨੂੰ ਇਹੋ ਜਿਹਾ ਜਾਣਿਆ ਜਾਂਦਾ ਹੈ। ਇਹੋ ਜਿਹਾ ਇਸ ਤਰ੍ਹਾਂ ਦਾ ਜਾਣਨਾ ਕਰੀਏ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਮਾਲਕ ਦੇ ਘਰ ਦਾ ਵਕੀਲ, ਵਿਚੋਲਾ, ਵਿਛੜੇ ਹੋਇਆਂ ਨੂੰ ਆਪ ਹੀ ਮਾਲਕ ਨਾਲ ਮਿਲਾ ਦਿੰਦਾ ਹੈ। ਸਾਹਿਬਾਂ ਜੀ ਦਾ ਪਾਵਨ ਉਪਦੇਸ਼, ਬਾਣੀ ਵਿਚਾਰ ਅਗਾਧ ਬੋਧ ਹੈ। ਤੁਛ ਬੁੱਧੀ ਮਤ ਅਨੁਸਾਰ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਜੀ, ਗੁਰੂ ਕੀ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ, ਕਿਰਪਾ ਕਰਨੀ ਜੀ। ਦੋ ਪੰਕਤੀਆਂ ਪੜ੍ਹਦਿਆਂ ਸਮਾਪਤੀ ਹੈ ਜੀ। ਜਿਨਾ ਭਾਣੇ ਕਾ ਰਸ ਆਇਆ, ਤਿਨ ਵਿੱਚ ਹੋਂ ਭਰਮ ਚੁਕਾਇਆ। ਨਾਨਕ ਸਤਿਗੁਰ ਐਸਾ ਜਾਣੀਐ, ਜੋ ਸਭ ਸੈ ਲਏ ਮਿਲਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਾਹੇ ਨਾਨਕ ਸੁਨਹੁ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ।